ਪੈਂਟ ਮੋਢਾ ਨਿਕਲ ਗਿਆ, ਮੋਢਾ ਨਿਕਲਿਆ ਜਿੰਨਾ ਚਿਰ ਪੈਂਦਾ ਨਹੀਂ। ਸਾਡੇ ਕੋਲ ਲੋਕ ਆਉਂਦੇ ਆ ਹੁਣ ਮੋਢੇ ਦੀ ਜਿਹੜੀ ਸਰਜਰੀ ਆਮ ਜਾਂ ਉਹਨੂੰ ਥੀਏਟਰ ਚਲ ਜਾ ਕੇ ਪਾਉਂਦੇ ਆ, ਮੈਂ ਗਰੰਟੀ ਦਿੰਦਾ ਮੇਰੇ ਕੋਲ ਮੋਢਾ ਨਿਕਲਿਆ ਪੇਸ਼ੈਂਟ ਲੈ ਕੇ ਮੈਂ 3 ਸੈਕਿੰਡ ਦੇ ਵਿੱਚ ਮੋਢਾ ਪਾ ਦੂੰਗਾ। ਕੁਛ ਨਹੀਂ ਕਰਨ ਦੀ ਲੋੜ। ਪੇਸ਼ੈਂਟ ਆਇਆ ਉਹਨੂੰ ਬਿਠਾਇਆ, ਸਾਨੂੰ ਪਤਾ ਲੌਕ ਸਿਸਟਮ ਕੀ ਆ। ਕੀ ਨਾਮ ਹੈ ਜੀ ਤੁਹਾਡਾ? ਰਜਿੰਦਰ ਸਿੰਘ ਜੀ। ਕੀ ਪ੍ਰੋਬਲਮ ਸੀ ਤੁਹਾਨੂੰ? ਮੇਰੇ ਟੂਹੀ ਦੇ ਵਿੱਚ ਦਰਦ ਪ੍ਰੋਬਲਮ ਸੀ ਜੀ 5-6 ਸਾਲ ਦੀ ਜੀ। ਮੈਂ ਕੋਈ ਹਸਪਤਾਲ ਨਹੀਂ ਛੱਡਿਆ ਜੀ, ਅੰਮ੍ਰਿਤਸਰ, ਚੰਡੀਗੜ੍ਹ, ਸਾਰੇ ਪੰਜਾਬ ਹਰਿਆਣੇ ਦੇ ਹਸਪਤਾਲਾਂ 'ਚ ਮੈਂ ਇਲਾਜ ਕਰਾਉਂਦਾ ਰਿਹਾ, ਕਿਤੋਂ ਮੈਂ ਠੀਕ ਨਹੀਂ ਹੋਇਆ ਜੀ। ਡਾਕਟਰ ਬਡਿਆਲ ਬਠਿੰਡੇ ਨੇ ਮੈਨੂੰ ਦੱਸਿਆ ਵੀ L4 ਤੇ L5 ਦੇ ਵਿੱਚ ਨੁਕਸ ਹੈ ਜੀ, ਤੁਹਾਡਾ ਆਪਰੇਸ਼ਨ ਹੋਊਗਾ। ਮੈਨੂੰ ਪਤਾ ਲੱਗਿਆ ਜੀ ਮੇਰਾ ਬੇਟਾ ਨਿਊਜ਼ੀਲੈਂਡ ਦੇ ਵਿੱਚ ਹੈ, ਉਹਨਾਂ ਨੂੰ ਮੇਰੇ ਬੇਟੇ ਨੇ ਬਲਤੇਜ ਸਿੰਘ ਪੰਨੂ ਦੀ ਵੀਡੀਓ ਪੜ੍ਹੀ ਜੀ, ਉਹ ਮੇਰੇ ਬੇਟੇ ਨੇ ਮੈਨੂੰ ਭੇਜੀ ਜੀ। ਮੈਂ ਇੱਥੇ ਡਾਕਟਰ ਸਾਹਿਬ ਕੋਲ ਜਨਤਾ ਹਸਪੀਟਲ ਧੂਰੀ ਆਇਆ ਜੀ, ਬੱਸ ਸਟੈਂਡ ਦੇ ਨਜ਼ਦੀਕ ਹੈ। ਮੈਂ 5 ਦਿਨ ਡਾਕਟਰ ਸਾਹਿਬ ਤੋਂ ਸਾਰਾ ਚੈੱਕਅਪ ਕਰਵਾ ਕੇ 5 ਦਿਨਾਂ ਦੀ ਦਵਾਈ ਲੈ ਕੇ ਗਿਆ ਜੀ। ਮੈਨੂੰ 80% ਠੀਕ ਆ ਜੀ ਮੈਂ 5 ਦਿਨਾਂ ਦੇ ਵਿੱਚ। ਪਹਿਲਾਂ ਮੇਰੇ ਲਗਾਤਾਰ ਦਰਦ ਰਹਿੰਦਾ ਜੀ ਦਿਨ ਰਾਤ ਢੂਹੀ ਦੇ ਵਿੱਚ, ਹੁਣ ਮੈਨੂੰ ਬਹੁਤ ਜ਼ਿਆਦਾ ਆਰਾਮ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਜੱਸੀ ਵੜੈਚ। ਦੋਸਤੋ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਨਾ ਸਾਰਿਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਹੱਡਾਂ ਜੋੜਾਂ ਨੂੰ ਲੈ ਕੇ, ਹੈ ਨਾ। ਸੋ ਜਿਹੜੀ ਮੁੱਖ ਪ੍ਰੋਬਲਮ ਆ ਸਰਵਾਈਕਲ ਨੂੰ ਲੈ ਕੇ ਆ, ਮੈਨੂੰ ਲੱਗਦਾ ਹਰ ਘਰ ਦੇ ਵਿੱਚ 1 ਜਾਂ 2 ਮਰੀਜ਼ ਇੱਦਾਂ ਦੇ ਜ਼ਰੂਰ ਹੁੰਦੇ ਆ ਕਿ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਆ ਜਾਂ ਪਿੱਠ ਦਰਦ ਹੁੰਦਾ। ਇੱਦਾਂ ਦੀਆਂ ਹੱਡਾਂ ਜੋੜਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਹੁੰਦੀਆਂ ਨੇ। ਸੋ ਅੱਜ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਜੋ ਕਿ ਕਹਿ ਸਕਦੇ ਹਾਂ ਕਿ ਸਾਲ ਜਾਂ 2 ਸਾਲ ਦੇ ਨਹੀਂ ਬਲਕਿ 1995 ਤੋਂ ਲਗਾਤਾਰ ਇਸ ਖਿੱਤੇ ਦੇ ਮਾਹਰ ਰਹੇ ਨੇਗੇ। ਸੋ ਡਿਸਕ ਦੀ ਪ੍ਰੋਬਲਮ ਹੋਵੇ, ਹੱਡਾਂ ਜੋੜਾਂ ਦੀ ਕੋਈ ਵੀ ਪ੍ਰੋਬਲਮ ਹੋਵੇ, ਸਰਤੀਆ ਇਲਾਜ ਇਹਨਾਂ ਦੇ ਵੱਲੋਂ ਕੀਤਾ ਜਾਂਦਾ। ਸੋ ਅੱਜ ਅਸੀਂ ਮੌਜੂਦ ਹਾਂ ਸ਼ਹਿਰ ਧੂਰੀ ਦੇ ਵਿੱਚ। ਸੋ ਸਾਡੇ ਨਾਲ ਮੌਜੂਦ ਨੇ ਡਾਕਟਰ ਅਨਵਰ ਭਸੌੜ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਸਾਰਾ ਤੁਹਾਡਾ, ਬਹੁਤ ਬਹੁਤ ਬਾਈ ਜੀ ਟੀਵੀ ਦਾ। ਜਿੱਦਾਂ ਕਿ ਮੈਂ ਜ਼ਿਕਰ ਕੀਤਾ ਕਿ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਹਰ ਇੱਕ ਘਰ ਦੇ ਵਿੱਚ ਸਰਵਾਈਕਲ ਦਾ ਕੋਈ ਨਾ ਕੋਈ ਮਰੀਜ਼ ਜ਼ਰੂਰ ਆ। 1 ਜਾਂ 2 ਮਰੀਜ਼ ਇੱਦਾਂ ਦੇ ਹੈਗੇ ਨੇ, ਕਿਉਂਕਿ ਤਣਾਅ ਸਾਡੇ ਤੇ ਇੰਨਾ ਵਧਿਆ ਪਿਆ, ਡਿਪਰੈਸ਼ਨ ਇੰਨਾ ਵਧਿਆ ਪਿਆ, ਜਿਹਦੇ ਨਾਲ ਸਰਵਾਈਕਲ ਹੋ ਜਾਂਦਾ ਗਾ। ਔਰ ਜੇ ਇਹ ਮੈਡੀਕਲ ਦੀ ਗੱਲ ਕਰੀਏ ਤਾਂ ਮੈਡੀਕਲ ਦੇ ਵਿੱਚ ਖਾਸ ਤੌਰ ਤੇ ਕਿਹਾ ਜਾਂਦਾ ਕਿ ਇਸ ਚੀਜ਼ ਦਾ ਜਿਹੜਾ ਇਲਾਜ ਹੈ ਨਹੀਂ, ਸਿਰਫ ਮੈਡੀਕਲ ਆ, ਕੋਈ ਸਰਤੀਆ ਇਸ ਚੀਜ਼ ਦਾ ਇਲਾਜ ਨਹੀਂ, ਕੋਈ ਜੜ ਇਸ ਚੀਜ਼ ਦੀ ਨਹੀਂ ਬਣੀ। ਤੁਸੀਂ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ? ਦੇਖੋ ਅੱਜ ਦੇ ਦਿਨਾਂ ਦੇ ਵਿੱਚ ਸਰਵਾਈਕਲ ਔਰ ਡਿਸਕ ਦੀ ਜਿਹੜੀ ਪ੍ਰੋਬਲਮ ਆ ਬਹੁਤ ਜ਼ਿਆਦਾ ਹੋ ਰਹੀ ਆ। ਮੈਂ ਸਮਝਦਾ ਵੀ 70% ਲੋਕਾਂ ਨੂੰ ਸਰਵਾਈਕਲ ਦੀ, 70% ਲੋਕਾਂ ਨੂੰ ਜਿਹੜੀ ਡਿਸਕ ਦੀ ਪ੍ਰੋਬਲਮ ਆ ਰਹੀ ਆ। ਹੱਡੀਆਂ ਦੇ ਪ੍ਰੋਬਲਮਾਂ ਆਉਣ ਕਿਉਂ ਲੱਗੀਆਂ ਨੇਗੀਆਂ? ਸਾਡਾ ਜਿਹੜਾ এনवायरमेंट ਆ ਉਹਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਹੋ ਗਈ। ਸਾਡਾ ਜਿਹੜਾ ਦੇਸੀ ਟੱਚ ਸੀਗਾ, ਸਾਡੀਆਂ ਦੇਸੀ ਖੁਰਾਕਾਂ ਸੀਗੀਆਂ, ਅਸੀਂ ਉਹਨਾਂ ਤੋਂ ਦੂਰ ਚਲੇ ਗਏ। ਸਾਡੀ ਐਕਸਰਸਾਈਜ਼ ਸੀ, ਅਸੀਂ ਉਹ ਤੋਂ ਦੂਰ ਚਲੇ ਗਏ। ਵਰਕ ਸਾਡਾ ਹੈ ਨਹੀਂ ਗਾ। ਉਹਦੇ ਲਈ ਜਿਹੜੀ ਡਿਸਕ ਆ, ਜਦੋਂ ਇਹਦੀ ਲੱਤ ਖਤਮ ਹੁੰਦੀ ਆ, ਥੋੜਾ ਜਿਹਾ ਦਬਾਅ ਪੈ ਗਿਆ, ਨਾਲ ਦੀ ਨਾਲ ਤੁਹਾਡੀ ਡਿਸਕ ਸਲਿੱਪ ਹੋ ਜਾਣੀ ਆ। ਜਦੋਂ ਡਿਸਕ ਸਲਿੱਪ ਹੋ ਗਈ, ਤੁਹਾਡੀਆਂ ਲੱਤਾਂ ਦੇ ਵਿੱਚ ਪੇਨ ਹੋਣ ਲੱਗ ਗਈ, ਬਲੱਡ ਸਰਕੂਲੇਸ਼ਨ ਦੀ ਸਪਲਾਈ ਘਟ ਗਈ, ਉਹਦੇ ਨਾਲ ਪੇਸ਼ੈਂਟ ਬਹੁਤ ਪਰੇਸ਼ਾਨ ਹੁੰਦਾ ਗਾ। ਜਿਹੜੇ ਕੰਪਿਊਟਰ ਦਾ ਕੰਮ ਕਰਦੇ ਆ, ਕੋਈ ਜੌਬ ਕਰਦੇ ਆ, ਸਿਟਿੰਗ ਜੌਬ ਜ਼ਿਆਦਾ, ਬੈਠ ਕੇ ਨੀਵੀਂ ਪਾ ਕੇ ਕੰਮ ਕਰਨਾ, ਉਹਨਾਂ ਦੀ ਸਰਵਾਈਕਲ 'ਚ ਪ੍ਰੋਬਲਮ ਆਉਂਦੀ ਆ। ਜਦੋਂ ਸਰਵਾਈਕਲ 'ਚ ਪ੍ਰੋਬਲਮ ਆ ਗਈ, ਤੁਹਾਡੀਆਂ ਬਾਹਾਂ ਕੰਮ ਕਰਨ ਨੂੰ ਹਟ ਜਾਂਦੀਆਂ ਨੇ, ਚੱਕਰ ਆਉਣ ਲੱਗ ਜਾਂਦੇ ਆ ਜੀ, ਜਿਹੜਾ ਕੱਚਾ ਹੋਣ ਲੱਗ ਜਾਂਦਾ, ਘਬਰਾਹਟ ਹੁੰਦੀ ਆ ਬਹੁਤ ਜ਼ਿਆਦਾ। ਇਹਦਾ ਸਾਡੇ ਕੋਲ ਜਿਹੜਾ ਹੱਲ ਆ, ਅਸੀਂ 1995 ਤੋਂ ਲਾ ਕੇ ਧੂਰੀ ਵਿਖੇ ਕੰਮ ਕਰਦੇ ਹਾਂ। 101% ਮੈਂ ਸਮਝਦਾ ਵੀ ਅਸੀਂ ਜਿਹੜੇ ਪੇਸ਼ੈਂਟ ਨੇ ਸਾਡੇ ਕੋਲ, ਲੱਖਾਂ ਹੀ ਲੋਕ ਠੀਕ ਹੋ ਕੇ ਚਲੇ ਗਏ। ਜਿੰਨਾ ਚਿਰ ਪੇਸ਼ੈਂਟ ਦੀ ਦਬਾਅ ਨਹੀਂ ਘਟਦਾ, ਜਿਹੜੀ ਡਿਸਕ ਸਲਿੱਪ ਹੋ ਗਈ, ਉਹ ਡਿਸਕ ਆਪਣੀ ਜਗ੍ਹਾ ਤੇ ਨਹੀਂ ਜਾਂਦੀ, ਉਹਨਾਂ ਚਿਰ ਪੇਸ਼ੈਂਟ ਨਾਰਮਲ ਨਹੀਂ ਹੁੰਦਾ। ਜਾਂ ਤਾਂ ਇੱਕ ਇਹ ਪੈਥੀ ਆ ਥੈਰੇਪੀ ਦੇ ਨਾਲ, ਔਰ ਜਿਹੜਾ ਸਿਸਟਮ ਨਾਲ ਅਸੀਂ ਸੈੱਟ ਕਰਦੇ ਹਾਂ ਉਹਦੇ ਨਾਲ ਪੇਸ਼ੈਂਟ ਠੀਕ ਹੋਊਗਾ। ਸੈਕੰਡ ਜਿਹੜੀ ਹੈਗੀ ਆ ਐਲੋਪੈਥੀ ਦੇ ਵਿੱਚ, ਫਿਰ ਉਹ ਡਾਕਟਰ ਇਹਨੂੰ ਲਿਜਾਂਦੇ ਨੇ ਸਰਜਰੀ ਵੱਲ। ਸਰਜਰੀ ਮਹਿੰਗੀ ਵੀ ਆ, ਔਰ ਸਰਜਰੀ ਤੋਂ ਸਾਡੇ ਪੇਸ਼ੈਂਟ ਨੇ ਜਿਹੜੇ ਬਹੁਤ ਜ਼ਿਆਦਾ ਡਰਦੇ ਆ। ਇਹ ਨਹੀਂ ਮੈਂ ਕਹਿੰਦਾ ਵੀ ਸਰਜਰੀ ਸਫਲ ਨਹੀਂ ਹੈਗੀ, ਸਰਜਰੀ ਸਫਲ ਵੀ ਆ, ਪਰ ਜਿਹੜੀ ਗਾਰੰਟੀ ਕੋਈ ਨਹੀਂ ਉਹ ਚੀਜ਼ ਦੀ ਇਦਾਂ ਹੋਊਗਾ। ਜਦੋਂ ਸਪਾਈਨ ਦੀ ਤੁਸੀਂ ਸਰਜਰੀ ਆਪਾਂ ਕਰਾਉਨੇ ਆ, ਉਹਦੇ ਵਿੱਚ ਬਹੁਤ ਜ਼ਿਆਦਾ ਰਿਸਕ ਹੋ ਜਾਂਦਾ, ਕਿਉਂਕਿ ਸਾਰੀ ਬਾਡੀ ਸਾਡੀ ਇਸੇ ਤੇ ਨਿਰਭਰ ਕਰਦੀ ਆ। ਜਦੋਂ ਤੁਹਾਡੀ ਡਿਸਕ ਸਲਿੱਪ ਹੋ ਗਈ, ਨਾਲ ਦੀ ਨਾਲ ਪੇਸ਼ੈਂਟ ਦਾ ਨੀਚੇ ਵਾਲਾ ਪਾਰਟ ਆ ਜਿਹੜਾ ਉਹ ਡੈੱਡ ਹੋ ਜਾਂਦਾ, ਪੇਸ਼ੈਂਟ ਬੈਠ ਜਾਂਦਾ ਗਾ। ਸਾਡੇ ਕੋਲ ਐਸੇ ਲੋਕ ਆਉਂਦੇ ਆ, ਕੋਈ ਅੰਮ੍ਰਿਤਸਰ ਤੋਂ, ਕੋਈ ਜਲੰਧਰ ਤੋਂ, ਕੋਈ ਹਰਿਆਣੇ ਚੋਂ, ਜਿਹਦੀ ਡਿਸਕ ਸਲਿੱਪ ਹੋਈ, ਉਹਨੂੰ ਚੱਕ ਕੇ ਲੈ ਕੇ ਆਉਂਦੇ ਆ। ਅਸੀਂ ਉਹਨੂੰ ਨਾਲ ਦੀ ਨਾਲ ਤਕਰੀਬਨ 50% ਉਹਨੂੰ ਰਿਲੀਫ ਮਿਲ ਜਾਂਦੀ ਆ। ਜਦੋਂ ਆਪਣੀ ਜਗ੍ਹਾ ਤੇ ਕੋਈ ਸਲਿੱਪ ਹੋਇਆ ਅੰਗ ਚਲਾ ਗਿਆ, ਉਹਦੀ ਨਾਲ ਦੀ ਨਾਲ ਪ੍ਰੋਬਲਮ ਸੋਲਵ ਹੋ ਗਈ, ਡੇ ਬਾਈ ਡੇ ਉਹ ਠੀਕ ਹੁੰਦਾ ਜਾਊਗਾ।
21-22 ਦਿਨਾਂ ਦੇ ਇਹਦਾ ਪ੍ਰੋਸੈਸ ਆ। 3 ਹਫ਼ਤਿਆਂ ਦੇ ਵਿੱਚ ਪੇਸ਼ੈਂਟ ਨਾਰਮਲ ਪੋਜੀਸ਼ਨ 'ਚ ਆ ਜਾਂਦਾ ਤਕਰੀਬਨ। ਜਦੋਂ ਤੁਸੀਂ ਜ਼ਿਕਰ ਕੀਤਾ ਕਿ 21 ਦਿਨਾਂ ਦਾ ਪ੍ਰੋਸੈਸ ਆ, ਇਹ ਜਿਹੜਾ ਤੁਹਾਡਾ ਇਲਾਜ ਕਰਨ ਦਾ ਤਰੀਕਾ ਕੋਈ ਨੀਮੀ ਹਕੀਮੀ ਤਰੀਕਾ ਜਾਂ ਕਿੱਦਾਂ ਦਾ? ਕਿਉਂਕਿ ਅੱਜ ਕੱਲ ਮੈਨੂੰ ਲੱਗਦਾ ਕਿ ਹਰ ਪਿੰਡ ਦੇ ਵਿੱਚ ਇਦਾਂ ਦੇ ਬੈਠੇ ਵੀ ਅਸੀਂ ਹਕੀਮ ਆ ਜੀ, ਸਾਨੂੰ ਘਰਾਣੇ ਦੇ ਵਿੱਚੋਂ ਇਹ ਚੀਜ਼ ਮਿਲੀ ਆ ਕਿ ਅਸੀਂ ਇਦਾਂ ਕਰਦੇ ਨੇ ਇਦਾਂ ਕਰਦੇ ਨੇ। ਨਹੀਂ, ਅਸੀਂ ਜਿਹੜਾ ਪੇਸ਼ੈਂਟ ਸਾਡੇ ਕੋਲ ਆਉਂਦਾ ਅਸੀਂ ਪ੍ਰੋਪਰ ਉਹਦੀ ਥੈਰੇਪੀ ਨਾਲ ਇਲਾਜ ਕਰਦੇ ਹਾਂ। ਥੈਰੇਪੀ ਦੇ ਨਾਲ, ਮਸ਼ੀਨਾਂ ਦੇ ਨਾਲ ਇਲਾਜ ਕਰਕੇ। ਇਹ ਨਹੀਂ ਹੈਗਾ ਸਾਡੇ ਕੋਲ ਪੇਸ਼ੈਂਟ ਆ ਗਿਆ ਜੀ ਅਸੀਂ ਉਹਨਾਂ ਕੋਈ ਧੱਕਾ ਕਰਿਆ, ਉਹਨੂੰ ਖਿੱਚ ਇੱਧਰੋਂ ਮਾਰੀ ਇੱਧਰ ਮਾਰੀ, ਠੀਕ ਹੋ ਗਿਆ ਨਹੀਂ ਹੋਇਆ। ਲਗਾਤਾਰ ਇੱਕ ਕੰਮ ਤੇ ਸਟੇਬਲ ਰਹਿਣਾ। 95 ਤੋਂ ਲਾ ਕੇ ਮੈਂ ਲਗਾਤਾਰ ਕੰਮ ਕਰ ਰਿਹਾ ਹਾਂ। 95 ਤੋਂ ਲੈ ਕੇ ਲੱਖਾਂ ਹੀ ਲੋਕ ਸਾਡੇ ਕੋਲ ਆਇਆ, ਲੱਖਾਂ ਲੋਕ ਠੀਕ ਹੋਇਆ। ਬਿਲਕੁਲ 101% ਪੇਸ਼ੈਂਟ ਨੂੰ ਰਿਜ਼ਲਟ ਮਿਲਦਾ ਗਾ। ਰੱਬ ਤਾਂ ਅਸੀਂ ਹੈ ਨਹੀਂ ਗੇ ਵੀ ਭਾਈ ਜੇ ਮੰਨ ਲਓ ਹੁਣ ਜਿਹਦੀ ਡਿਸਕ ਅੰਦਰੋਂ ਕਰੈਕ ਹੋ ਗਈ ਉਹਦੀ ਵਾਕਈ ਸਰਜਰੀ ਦਾ ਇਲਾਜ ਹੈਗਾ। ਜੇ ਸਾਤੋਂ ਨਹੀਂ ਠੀਕ ਹੋਣ ਵਾਲਾ, ਅਸੀਂ ਉਹਨੂੰ ਪਹਿਲੇ ਦਿਨ ਹੀ ਕਹਿ ਦਿੰਦੇ ਵੀ ਤੁਹਾਡਾ ਕੰਮ ਆ ਜਿਹੜਾ ਉਹ ਕਿਸੇ ਹੋਰ ਡਾਕਟਰ ਤੋਂ ਕਰਵਾ ਲਓ, ਅਸੀਂ ਇੰਨੇ % ਤੁਹਾਡਾ ਇਲਾਜ ਕਰ ਸਕਦੇ ਹਾਂ। ਜਦੋਂ ਲਗਾਤਾਰ ਪੇਸ਼ੈਂਟ ਡਿਸਕ ਸਲਿੱਪ ਰਹਿੰਦੀ ਆ ਉਹਦੀ, ਉਹ ਜਿਵੇਂ ਤੁਸੀਂ ਨੀਮ ਹਕੀਮ ਵਾਲੀ ਗੱਲ ਕਰੀ ਆ, ਉਹ ਕਿਤੋਂ ਉਹਨੇ ਮਾਰਸ ਕਰਾ ਲਈ, ਕਿਤੋਂ ਝੂਟਾ ਜਿਹਾ ਮਰਵਾ ਲਿਆ, ਕਿਤੋਂ ਕੁਛ ਕਰਵਾ ਲਿਆ, ਉਹ ਡੇ ਬਾਈ ਡੇ ਜਦੋਂ ਉਹ ਪਾਰਟ ਡੈਮੇਜ ਹੋ ਜਾਂਦਾ, ਜਦੋਂ ਡੈਮੇਜ ਪਾਰਟ ਹੋ ਗਿਆ, ਲੱਤਾਂ ਦੇ ਉੱਪਰ ਵਜਨ ਆਉਣੋਂ ਹਟ ਗਿਆ, ਫਿਰ ਉਹਦੀ ਸਮੱਸਿਆ ਜਿਹੜੀ ਵੱਧ ਜਾਂਦੀ ਆ। ਮੈਂ ਇਹੀ ਤੁਹਾਡੇ ਚੈਨਲ ਦੇ ਥਰੂ ਲੋਕਾਂ ਨੂੰ ਅਪੀਲ ਕਰੂੰਗਾ ਵੀ ਜਦੋਂ ਵੀ ਕਿਸੇ ਦੀ ਡਿਸਕ ਸਲਿੱਪ ਹੁੰਦੀ ਆ, ਸਾਡੇ ਕੋਲ ਜੇ ਨਹੀਂ ਆ ਸਕਦੇ ਤਾਂ ਤੁਸੀਂ ਪਹਿਲਾਂ ਰੈਸਟ ਕਰੋ 5-7 ਦਿਨ। ਉਹ ਰੈਸਟ ਦੇ ਨਾਲ ਪੇਸ਼ੈਂਟ ਕਾਫੀ ਉਹਨੂੰ ਰਿਲੀਫ ਮਿਲ ਜਾਂਦੀ ਆ। ਅਦਰਵਾਈਜ਼ ਜੇ ਡਿਸਕ ਸਲਿੱਪ ਹੋਈ ਵੀ ਆ, ਫਿਰ ਰੈਸਟ ਨਾਲ ਠੀਕ ਨਹੀਂ ਹੋਣੀ, ਫਿਰ ਤੁਹਾਨੂੰ ਸਾਡੇ ਕੋਲ ਆਉਣਾ ਪੈਣਾ। ਨਾਲ ਦੀ ਨਾਲ ਤੁਸੀਂ ਪੇਸ਼ੈਂਟ ਜਦੋਂ ਸਾਡੇ ਕੋਲ ਆਉਂਦਾ, ਜਿਹੜਾ ਦੂਰੋਂ ਆਉਂਦਾ ਪੇਸ਼ੈਂਟ, ਅਸੀਂ ਉਹਨੂੰ 15 ਦਿਨ ਬਾਅਦ 10 ਦਿਨ ਬਾਅਦ ਬੁਲਾਉਂਦੇ ਆ। ਇੱਕ ਵਾਰੀ ਬੁਲਾ ਕੇ ਸੈਕਿੰਡ ਵਾਰੀ ਆਉਣ ਦੀ ਲੋੜ ਨਹੀਂ ਪੈਂਦੀ। ਦਵਾਈ ਆ ਜਿਹੜੀ, ਜੇ ਪੇਸ਼ੈਂਟ ਨੂੰ ਲੰਮਾ ਸਮਾਂ ਹੋ ਗਿਆ ਤਾਂ ਉਹਨੂੰ ਅਸੀਂ 2.5 ਤੋਂ 3 ਮਹੀਨੇ ਆਯੁਰਵੈਦਿਕ ਦਵਾਈ ਦਿੰਦੇ ਹਾਂ। ਕੋਈ ਵੀ ਐਲੋਪੈਥੀ ਮੈਡੀਸਨ ਨਹੀਂ ਦਿੰਦੇ, ਟੋਟਲ ਅਸੀਂ ਆਯੁਰਵੈਦਿਕ ਮੈਡੀਸਨ ਨਾਲ ਇਲਾਜ ਕਰਦੇ ਹਾਂ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕ ਨਾ ਜਿੱਦਾਂ ਹਕੀਮਾਂ ਦੇ ਵਿੱਚ ਚੱਲ ਜਾਂਦੇ ਆ, ਉਹਨਾਂ ਨੂੰ ਖਿੱਚੋਤਾਣੀ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਜਾਂ ਤੇਲ ਇੱਦਾਂ ਦੇ ਲਗਾਏ ਜਾਂਦੇ ਨੇ ਜਿਹਦੇ ਨਾਲ ਕੁਝ ਟਾਈਮ ਵਾਸਤੇ ਰਿਲੀਫ ਮਿਲਦੀ ਹੈ, ਬੰਦੇ ਨੂੰ ਆਰਾਮ ਮਿਲਦਾ, ਬੰਦਾ ਹੁੰਦਾ ਨਹੀਂ ਯਾਰ ਮੈਂ ਠੀਕ ਹੋ ਗਿਆ, ਪਤਾ ਨਹੀਂ ਉਹ ਤੇਲ ਦੇ ਵਿੱਚ ਕਿੱਦਾਂ ਦਾ ਕੀ ਰਿਜ਼ਲਟ ਹੁੰਦਾ ਨਾ। ਸੋ ਮੈਨੂੰ ਲੱਗਦਾ ਉਹ ਚੀਜ਼ ਨਾਲ ਜਿਹੜਾ ਮਰੀਜ਼ ਦੀ ਜਿਹੜੀ ਪ੍ਰੋਬਲਮ ਆ ਉਹ ਜ਼ਿਆਦਾ ਨਹੀਂ ਵੱਧਦੀ ਹੈਗੀ। ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਜੇ ਥੋੜੀ ਮੋਟੀ ਖਿੱਚ ਪਈ ਹੋਈ ਆ, ਉਹ ਤਾਂ ਰੈਸਟ ਨਾਲ ਵੀ ਠੀਕ ਹੋ ਜਾਂਦਾ। ਜਦੋਂ ਰੈਸਟ ਮਿਲ ਗਈ, ਉਹਨੂੰ ਥੋੜੀ ਮੋਟੀ ਮੈਡੀਸਨ ਮਿਲ ਗਈ, ਮੈਡੀਸਨ ਨਾਲ ਪੇਸ਼ੈਂਟ ਨੂੰ ਜਿਹੜੀ ਤਕਲੀਫ ਆ ਉਹਦੀ ਦੂਰ ਹੋ ਗਈ, ਪੇਸ਼ੈਂਟ ਨਾਰਮਲ ਹੋ ਗਿਆ। ਜਦੋਂ ਕੋਈ ਅੰਗ ਸਲਿੱਪ ਹੋ ਗਿਆ, ਮੰਨ ਲਓ ਕੋਈ ਜੁਆਇੰਟ ਮੋਢਾ ਨਿਕਲ ਗਿਆ, ਮੋਢਾ ਨਿਕਲਿਆ ਜਿੰਨਾ ਚਿਰ ਪੈਂਦਾ ਨਹੀਂ, ਸਾਡੇ ਕੋਲ ਲੋਕ ਆਉਂਦੇ ਆ ਹੁਣ ਮੋਢੇ ਦੀ ਜਿਹੜੀ ਸਰਜਰੀ ਆਮ ਜਾਂ ਉਹਨੂੰ ਥੀਏਟਰ 'ਚ ਜਾ ਕੇ ਪਾਉਂਦੇ ਆ, ਮੈਂ ਗਰੰਟੀ ਦਿੰਦਾ ਮੇਰੇ ਕੋਲ ਮੋਢਾ ਨਿਕਲਿਆ ਪੇਸ਼ੈਂਟ ਲੈ ਕੇ ਮੈਂ 3 ਸੈਕਿੰਡ ਦੇ ਵਿੱਚ ਮੋਢਾ ਪਾ ਦੂੰਗਾ। ਕੁਛ ਨਹੀਂ ਕਰਨ ਦੀ ਲੋੜ, ਪੇਸ਼ੈਂਟ ਆਇਆ ਉਹਨੂੰ ਬਿਠਾਇਆ, ਸਾਨੂੰ ਪਤਾ ਲੌਕ ਸਿਸਟਮ ਕੀ ਆ, ਨਿਕਲਿਆ ਹੋਇਆ ਅੰਗ ਟੈਕਨੀਕਲੀ ਪੁਆਇੰਟ ਨਾ ਪੈਣਾਗਾ। ਸਰਜਰੀ ਆ ਜਿਹੜੀ ਡਾਕਟਰਾਂ ਨੇ ਉਹ ਆਪਣੇ ਹਿਸਾਬ ਨਾਲ ਕਰਨੀ ਆ। ਕੋਈ ਵੀ ਪੇਸ਼ੈਂਟ ਆ ਮੋਢਾ ਨਿਕਲ ਗਿਆ, ਆਮ ਤੌਰ ਤੇ ਮੋਢਾ ਪੈਂਦਾ ਨਹੀਂ ਹੈਗਾ, ਅਸੀਂ 3 ਸੈਕਿੰਡ ਗਿਣ ਨਹੀਂ ਦਿੰਦੇ, ਚੌਥੇ ਸੈਕਿੰਡ ਤੇ ਮੋਢਾ ਪਾ ਕੇ ਪੇਸ਼ੈਂਟ ਬਿਲਕੁਲ ਇਦਾਂ ਨਾਰਮਲ ਹੋਊਗਾ, ਕੋਈ ਉਹਨੂੰ ਪ੍ਰੋਬਲਮ ਨਹੀਂ। ਕਿਆ ਬਾਤ ਹੈ ਜੀ। ਸੋ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਪਿਛਲੇ ਦਿਨੀ ਇੱਕ ਪੋਸਟ ਮੈਂ ਵੇਖੀ ਸੀ ਕਿ ਬਹੁਤ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਜੀ ਤੁਹਾਡੇ ਕੋਲ ਆਉਂਦੇ ਆ ਔਰ ਬੜਾ ਇੱਕ ਬਹੁਤ ਚੰਗਾ ਇੱਕ ਲੇਖ ਲਿਖ ਕੇ ਪਾਉਂਦੇ ਆ ਕਿ ਉਹਨਾਂ ਨੂੰ ਕਦੋਂ ਇਹ ਚੀਜ਼ ਦੀ ਪ੍ਰੋਬਲਮ ਸੀ, ਪਿੱਠ ਦਰਦ ਸੀ ਉਹਨਾਂ ਨੂੰ, ਤੇ ਕਿਵੇਂ ਉਹਨਾਂ ਨੂੰ ਆਰਾਮ ਮਿਲਿਆ। ਉਹ ਚੀਜ਼ ਬਾਰੇ ਸਾਨੂੰ ਜ਼ਰੂਰ ਦੱਸੋ। ਬਲਤੇਜ ਸਿੰਘ ਪੰਨੂ ਬਹੁਤ ਪੁਰਾਣੇ ਪੱਤਰਕਾਰ ਨੇ ਔਰ ਸੀਨੀਅਰ ਪੱਤਰਕਾਰ ਨੇ, ਤੇ ਉਹਨਾਂ ਨੂੰ ਖੁਦ ਇਹ ਪ੍ਰੋਬਲਮ ਸੀਗੀ ਕਿਉਂਕਿ ਉਹਨਾਂ ਦਾ ਕੰਮ ਵੀ ਬੈਠਣ ਵਾਲਾ ਸੀਗਾ। ਜਦੋਂ ਉਹਨਾਂ ਨੂੰ ਪ੍ਰੋਬਲਮ ਆਈ, ਮੇਰੇ ਬਾਰੇ ਕਿਸੇ ਨੇ ਦੱਸਿਆ ਤਾਂ ਮੇਰੇ ਕੋਲ ਆਏ, ਅੱਜ ਤੋਂ 3-4 ਸਾਲ ਪਹਿਲਾਂ ਦੀ ਗੱਲ ਆ। ਉਹਨਾਂ ਦੀ ਡਿਸਕ ਸਲਿੱਪ ਸੀ, ਮੈਂ ਉਹਨਾਂ ਨੂੰ ਠੀਕ ਕਰਕੇ ਭੇਜਿਆ, ਉਹ ਬਿਲਕੁਲ ਨਾਰਮਲ ਹੋ ਗਏ। ਮੈਨੂੰ ਨਹੀਂ ਪਤਾ ਸੀ ਉਦੋਂ ਉਹਨਾਂ ਦਾ ਵੀ ਕੀ ਉਹ ਆ। ਹੁਣ ਉਹਨਾਂ ਦੀ 4 ਸਾਲ ਬਾਅਦ ਜਦੋਂ ਦੁਬਾਰਾ ਡਿਸਕ ਸਲਿੱਪ ਹੋਈ, ਉਹ ਬਹੁਤ ਤੰਗ ਸੀਗੇ। ਮੇਰੇ ਕੋਲ ਆਏ ਪਿਛਲੇ ਮੰਥ ਦੀ ਗੱਲ ਆ। ਜਦੋਂ ਮੇਰੇ ਕੋਲ ਆਏ, ਉਹਨਾਂ ਨੂੰ ਫੜ ਕੇ ਲੈ ਕੇ ਆਏ ਸੀ ਇੱਕਦਮ, ਤੇ ਮੈਂ ਉਹਨਾਂ ਦਾ ਨਾਲ ਦੀ ਨਾਲ ਕੰਮ ਕਰਿਆ। ਕੰਮ ਕਰਨ ਤੋਂ ਬਾਅਦ ਸੈੱਟ ਕਰੀ, ਉਹ ਡਿਸਕ ਉੱਠ ਕੇ ਬੈਠ ਗਏ, ਉਹ ਨਾਰਮਲ ਪੀਸਨ ਚੋਗ। ਉਹਨਾਂ ਨੇ ਮੈਨੂੰ ਉੱਥੇ ਹੀ ਕਿਹਾ ਵੀ ਡਾਕਟਰ ਸਾਹਿਬ ਤੁਹਾਡੇ ਹੱਥ 'ਚ ਐਡਾ ਵੱਡਾ ਗੁਣ ਆ ਵੀ ਮੈਂ ਤਾਂ ਧਿਆਨ ਹੀ ਨਹੀਂ ਕਰਿਆ। ਉਹਨਾਂ ਨੇ ਜਾ ਕੇ ਮੇਰੀ ਪੋਸਟ ਪਾਈ ਵੀ ਜਿਹਨੂੰ ਨੂੰ ਡਿਸਕ ਦੀ ਪ੍ਰੋਬਲਮ ਆ ਵੀ ਉਹ ਵਾਕਈ ਕਿਵੇਂ ਤਕਲੀਫ ਨੂੰ ਮਹਿਸੂਸ ਕਰ ਸਕਦਾ, ਉਹ ਮੈਂ ਦੱਸ ਸਕਦਾ। ਜੋ ਉਹਨਾਂ ਨੇ ਪੋਸਟ ਪਾਈ, ਉਹਨਾਂ ਦੀ ਪੋਸਟ ਤੋਂ ਬਾਅਦ ਮੇਰੇ ਕੋਲ ਬਾਹਰੋਂ ਲੋਕਾਂ ਦੀਆਂ ਬਹੁਤ ਮਰੀਜ਼ਾਂ ਦੇ ਕਾਲਜ ਆਈਆਂ, ਤੇ ਉਹਨਾਂ ਦੇ ਥਰੂ ਜਦੋਂ ਪੇਸ਼ੈਂਟ ਮੇਰੇ ਕੋਲ ਆਉਣ ਲੱਗੇ, ਪਿਛਲੀ 15 ਤਰੀਕ ਦੀ ਉਹਨਾਂ ਨੇ ਪੋਸਟ ਪਾਈ ਸੀ ਮੇਰੇ ਕੋਲ, ਮੈਨੂੰ ਲੱਗਦਾ 200 ਦੇ ਕਰੀਬ ਉਹਨਾਂ ਦੀ ਪੋਸਟ ਤੋਂ ਬਾਅਦ ਪੇਸ਼ੈਂਟ ਆਇਆ ਜਿਨ੍ਹਾਂ ਦਾ ਰਿਜ਼ਲਟ ਬਹੁਤ ਵਧੀਆ। ਸਾਰੇ ਪੇਸ਼ੈਂਟਾਂ ਦੀ ਫੀਡਬੈਕ ਆ ਜਿਹੜੀ ਬਹੁਤ ਵਧੀਆ, ਮਤਲਬ ਲੋਕ ਇਹ ਕਹਿ ਰਹੇ ਵੀ ਅਸੀਂ ਠੀਕ ਹੋ, ਔਰ ਪੇਸ਼ੈਂਟ ਰਿਪੀਟ ਹੋ ਰਿਹਾ, ਉਹ ਪੇਸ਼ੈਂਟ ਭੇਜ ਰਹੇ ਨੇ। ਤੇ ਇਹ ਨਹੀਂ ਕੋਈ ਹੈਗਾ ਵੀ ਸਾਡਾ ਇਲਾਜ ਬਹੁਤ ਮਹਿੰਗਾ, ਵੀ ਅਸੀਂ ਬੜਾ ਮਹਿੰਗਾ ਇਲਾਜ ਕਰ ਰਹੇ, ਨਾਰਮਲ ਇਲਾਜ ਆ, ਆਮ ਬੰਦਾ ਸਾਡੇ ਤੋਂ ਇਲਾਜ ਕਰਵਾ ਸਕਦਾ।
ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਕਿ ਉਹਨਾਂ ਨੇ ਪੋਸਟ ਪਾਈ, ਸੋ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਇੱਕ ਲੇਖ ਵੀ ਲਿਖਿਆ ਕਿ ਇੱਕ ਨੀਮੀ ਹਕੀਮੀ ਤਰੀਕਾ ਨਹੀਂ, ਉਹਨਾਂ ਨੇ ਤੁਸੀਂ ਕਿੱਦਾਂ ਥੈਰੇਪੀ ਦੇ ਨਾਲ ਤੁਸੀਂ ਉਹਨਾਂ ਦਾ ਇਲਾਜ ਕੀਤਾ। ਮੈਂ ਪੋਸਟ ਦੀ ਜ਼ਿਕਰ ਕਰੂੰਗਾ ਕਿ ਇਹ ਵੀ ਸੁਣਨ ਦੇ ਵਿੱਚ ਆਉਂਦਾ, ਵੇਖਣ ਨੂੰ ਆਉਂਦਾ ਕਿ ਪੋਸਟਾਂ ਪੈਂਦੇ ਨੇ ਕਿ ਦੰਦੀਆਂ ਦੁਆਰਾ ਵੀ ਇਲਾਜ ਕੀਤਾ ਜਾਂਦਾ। ਬਿਲਕੁਲ ਬਿਲਕੁਲ ਬਹੁਤ ਐਸਾ, ਕਿਉਂਕਿ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਹੋ ਗਈ, ਉਹਦੇ ਤੇ ਲੋਕ ਆਪਣੇ ਹਿਸਾਬ ਨਾਲ ਪ੍ਰਚਾਰ ਕਰਦੇ ਆ। ਪਰ ਬਲਤੇਜ ਸਿੰਘ ਪੰਨੂ ਦੀ ਪੋਸਟ ਪਾਉਣਾ ਕੋਈ ਮਾੜੀ ਮੋਟੀ ਗੱਲ ਨਹੀਂ। ਬਿਲਕੁਲ ਮੈਂ ਅੱਜ ਤੱਕ ਕਿਸੇ ਪੱਤਰਕਾਰ ਨੂੰ ਕਿਹਾ ਨਹੀਂ ਹੈਗਾ ਵੀ ਤੁਸੀਂ ਮੇਰੀ ਪੋਸਟ ਪਾਓ। ਹਾਲਾਂਕਿ ਮੇਰੇ ਰਿਲੇਸ਼ਨ ਬਹੁਤ ਪੱਤਰਕਾਰ ਮੇਰੇ ਕੋਲ ਕੰਮ ਕਰਾ ਕੇ, ਮੇਰਾ ਕਿਸੇ ਨਾਲ ਇਦਾਂ ਦਾ ਜ਼ਿਕਰ ਨਹੀਂ ਹੈ। ਉਹਨਾਂ ਨੇ ਵੀ ਆਪਣੇ ਆਪ ਪੋਸਟ ਪਾਈ, ਮੈਨੂੰ ਨਹੀਂ ਪਤਾ। ਮੈਨੂੰ ਤਾਂ ਜਦੋਂ ਬਾਹਰੋਂ ਕਾਲਾਂ ਆਈਆਂ ਲੋਕਾਂ ਦੀਆਂ, ਆਸਟ੍ਰੇਲੀਆ ਚੋਂ, ਅਮਰੀਕਾ ਚੋਂ, ਕੈਨੇਡਾ ਚੋਂ, ਉਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ। ਮੇਰੇ ਕੋਲੇ 2-3 ਪੇਸ਼ੈਂਟ ਉਹਨਾਂ ਦੀ ਕਾਲ ਤੋਂ ਬਾਅਦ ਆਸਟ੍ਰੇਲੀਆ ਚੋਂ ਆਏ। ਆਸਟ੍ਰੇਲੀਆ ਤੋਂ ਕਾਲ ਆ ਕੇ ਉਹਨਾਂ ਦੀ ਮੈਂ 1-2 ਹੋਰ ਪ੍ਰੋਬਲਮਾਂ ਸੀ, ਮੈਡੀਸਨ ਭੇਜੀ ਆ। ਕੱਲ ਹੀ ਹਜੇ ਮੈਨੂੰ ਉਸ ਪੇਸ਼ੈਂਟ ਦੀ ਕਾਲ ਆਈ ਵੀ ਮੈਂ ਬਹੁਤ ਜ਼ਿਆਦਾ ਠੀਕ ਹਾਂ ਜੀ, ਤੇ ਵੀ ਮੈਨੂੰ ਜਿਹੜੀ ਮੇਰੀ ਤਕਲੀਫ ਸੀ ਉਹ ਕਾਫੀ ਸੋਲਵ ਹੋ ਗਈ। ਤੇ ਇਸ ਲਈ ਲੋਕ ਬਹੁਤ ਦੁਖੀ ਆ, ਤੇ ਉਹਨਾਂ ਨੂੰ ਕਈ ਵਾਰੀ ਰਾਹ ਨਹੀਂ ਸਹੀ ਮਿਲਦਾ। ਗੁੰਮਰਾਹ ਕਰਨ ਵਾਲੇ ਬਹੁਤ, ਜਿਵੇਂ ਤੁਸੀਂ ਜ਼ਿਕਰ ਕੀਤਾ, ਕੋਈ ਦੰਦੀਆਂ ਵੜਦਾ, ਕੋਈ ਹੋਰ ਕੁਝ ਕਰਦਾ, ਬਹੁਤ ਕੁਝ ਚੱਲਦਾ ਇੱਥੇ। ਲੋਕ ਥੌਲੇ ਕਰੀ ਜਾਂਦੇ ਆ, ਕੋਈ ਧਾਗੇ ਬੰਨੀ ਜਾਂਦਾ, ਕੋਈ ਕੁਛ ਕਰੀ ਜਾਂਦਾ। ਤੇ ਪਰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ। ਅੱਜ ਲੋਕ ਚੰਦ ਤੇ ਪਹੁੰਚ ਗਏ ਆ, ਠੀਕ ਆ, ਪਰ ਇਹਨਾਂ ਗੱਲਾਂ ਤੋਂ ਦੂਰ ਨਿਕਲ ਕੇ ਸਾਨੂੰ ਜਿਹੜਾ ਹੱਥੀਂ ਕੰਮ ਆ, ਹੱਥੀਂ ਕੰਮ ਕੋਈ ਵੀ ਹੋਵੇ ਉਹਦਾ ਐਕਸਪੀਰੀਅੰਸ ਹੋਣਾ ਚਾਹੀਦਾ, ਉਹ ਸਫਲ ਹੀ ਹੋਊਗਾ। ਬਿਲਕੁਲ, ਮੈਂ ਇਹ ਚੀਜ਼ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੂੰਗਾ ਕਿ ਸਾਡੇ ਆਪਣੇ ਕਰੀਬੀ ਸੱਜਣ ਇਹਨਾਂ ਤੋਂ ਜਿਨ੍ਹਾਂ ਨੇ ਇਲਾਜ ਕਰਵਾਇਆ ਉਹ ਠੀਕ ਹੋਇਆ ਸੀ ਤਾਂ ਇਹਨਾਂ ਕੋਲ ਆਇਆ, ਨਾ ਕਿ ਕੋਈ ਐਦਾਂ ਦਾ ਵੀ ਕੋਈ ਐਡ ਜਾਂ ਕੋਈ ਮਸ਼ਹੂਰੀ ਕਰਨ ਨਾਲ ਸਾਡਾ ਕੰਮ ਹੈ ਨਹੀਂਗਾ ਨਾ। ਸੋ ਡਾਕਟਰ ਸਾਹਿਬ, ਕਿ ਸਰਵਾਈਕਲ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਕਿ ਮਰੀਜ਼ ਨੂੰ ਕਿਸ ਹਾਲਤ ਦੇ ਵਿੱਚ ਇਹ ਚੀਜ਼ ਦਾ ਆਈਡੀਆ ਹੋ ਜਾਣਾ ਚਾਹੀਦਾ ਕਿ ਉਸਨੂੰ ਸਰਵਾਈਕਲ ਆ ਜਿਹੜਾ ਉਹਦੀ ਸ਼ੁਰੂਆਤ ਹੋਗੀ, ਕਿ ਕਿਸ ਹਾਲਾਤ ਦੇ ਵਿੱਚ ਉਹਨਾਂ ਨੂੰ ਤੁਹਾਡੇ ਕੋਲ ਆਉਣਾ ਚਾਹੀਦਾ? ਦੇਖੋ, ਜਦੋਂ ਇੱਕ ਬਾਂਹ ਦੇ ਵਿੱਚ ਦਰਦ ਹੋਣ ਲੱਗ ਗਿਆ, ਦੂਸਰੀ ਬਾਂਹ 'ਚ ਦਰਦ ਹੁੰਦਾ, ਸਿਰ ਭਾਰੀ ਆ, ਚੱਕਰ ਆਉਂਦੇ ਆ, ਉਹ ਸਰਵਾਈਕਲ ਸ਼ੁਰੂ ਹੋ ਗਈ। ਉਹਨੂੰ ਲੱਛਣ ਨੇ ਸਰਵਾਈਕਲ। ਹਾਂ ਬਿਲਕੁਲ, ਇਹ ਸਰਵਾਈਕਲ ਆ। ਜਦੋਂ ਕੋਈ ਕੰਪਿਊਟਰ ਤੇ ਜੌਬ ਕਰਦਾ, ਕੋਈ ਟੀਚਰ ਆ, ਕੋਈ ਕਢਾਈ ਦਾ, ਸਿਲਾਈ ਦਾ ਕੰਮ ਕਰਦਾ, ਉਹਨਾਂ ਨੂੰ ਸਰਵਾਈਕਲ ਹੋਣ ਦੇ ਚਾਂਸ ਨੇ। ਉਹਨਾਂ ਨੂੰ ਬਚਣ ਲਈ ਉਦੋਂ ਪਹਿਲਾਂ ਐਕਸਰਸਾਈਜ਼ ਕਰੋ ਪ੍ਰੋਪਰ ਆਪਦੀ ਸਰਵਾਈਕਲ ਵਾਲੀ, ਤਾਂ ਕਿ ਤੁਹਾਡੀ ਜਿਹੜੀ ਹੱਡੀਆਂ ਦੇ ਵਿੱਚ ਗੈਪ ਪੂਰਾ ਰਹਿਣਾ ਚਾਹੀਦਾ। ਜਦੋਂ ਤੁਹਾਡੀ ਹੱਡੀਆਂ ਦੀ ਲਸ ਖਤਮ ਹੁੰਦੀ ਆ, ਤਦ ਜਿਹੜੀ ਇਹ ਡਿਸਕ ਦੀ ਜਾਂ ਹੱਡੀਆਂ ਦੀ ਪ੍ਰੋਬਲਮ ਆਉਣੀ ਆ, ਕਿਉਂਕਿ ਸਾਡੀਆਂ ਖੁਰਾਕਾਂ ਆਈਆਂ ਹੋ ਗਈਆਂ, ਸਾਡੀ ਪ੍ਰੋਪਰ ਕੈਲਸ਼ੀਅਮ ਨਹੀਂ ਮਿਲਦਾ, ਸਾਨੂੰ ਵਿਟਾਮਿਨ D3 ਨਹੀਂ ਮਿਲਦਾ। ਉਹ ਜਦੋਂ ਹੌਲੀ ਹੌਲੀ ਵੀਕ ਹੋਈ ਜਾਂਦਾ ਤਾਂ ਹੱਡੀਆਂ ਦੀ ਸਮੱਸਿਆ ਵਧੀ ਜਾਂਦੀ ਹੈ ਦਿਨ ਪਰ ਦਿਨ, ਕਿਉਂਕਿ ਰੇਹਾਂ ਸਪਰੇਹਾਂ ਵਾਲਾ ਕੰਮ ਹੋ ਗਿਆ। ਮੱਝਾਂ ਨੂੰ ਜਿਹੜਾ ਪਸ਼ੂਆਂ ਨੂੰ ਚਾਰਾ ਮਿਲਣਾ, ਉਹ ਵੀ ਕੀਟਨਾਸ਼ਕ ਜਿਹੜੇ ਦਵਾਈਆਂ ਵਾਲਾ ਮਿਲ ਰਿਹਾ, ਉਹੀ ਆਪਣੀ ਬਾਡੀ ਜਾ ਕੇ ਉਹਨੇ ਸਾਰਾ ਆਪਣਾ ਸਿਸਟਮ ਆ ਜਿਹੜਾ ਖਰਾਬ ਕਰਤਾ। ਇਸ ਲਈ ਸਾਨੂੰ ਧਿਆਨ ਦੇਣ ਦੀ ਲੋੜ ਆ। ਤੇ ਜਿਵੇਂ ਹੁਣ ਸਰਕਾਰ ਵੀ ਗੱਲ ਕਰ ਰਹੀ ਆ, ਅਸੀਂ ਥੋੜਾ ਜਿਹਾ ਧਿਆਨ ਦੇਈਏ, ਆਪਣੇ ਵਾਤਾਵਰਨ ਨੂੰ ਬਚਾਵਾਂਗੇ। ਜਦੋਂ ਸਿਸਟਮ ਨੂੰ ਠੀਕ ਕਰਾਂਗੇ ਤਾਂ ਆਪਣੀ ਬਾਡੀ ਵੀ ਉਹਦੇ ਨਾਲ ਠੀਕ ਹੋਣੀ ਆ। ਕੀ ਲੱਗਦਾ ਕਿ ਤੁਹਾਨੂੰ ਸਰਵਾਈਕਲ ਦਾ ਇਲਾਜ ਆ ਉਹ ਕਿੰਨਾ ਕੁ ਲੰਮਾ ਜਾਂ ਕਿੰਨੇ ਸਮੇਂ ਦੇ ਵਿੱਚ ਇਹ ਚੀਜ਼ ਨੂੰ ਰਿਕਵਰੀ ਹੋ ਜਾਂਦੀ ਹੈ? ਨਹੀਂ, ਕੋਈ ਜ਼ਿਆਦਾ ਲੰਮਾ ਇਲਾਜ ਨਹੀਂ ਹੈਗਾ। ਅਸੀਂ 2-3 ਵਾਰੀ ਬੁਲਾਉਂਦੇ ਆ, ਉਸ ਤੋਂ ਬਾਅਦ ਪੇਸ਼ੈਂਟ ਨਾਰਮਲ ਹੋ ਜਾਂਦਾ, ਥੋੜਾ ਚਿਰ ਉਹਨੂੰ ਮੈਡੀਸਨ ਦਿੰਦੇ ਆ, ਉਸ ਤੋਂ ਬਾਅਦ ਉਹਨੂੰ ਐਕਸਰਸਾਈਜ਼ ਦੱਸ ਦਿੰਦੇ ਆ ਪ੍ਰੋਪਰ ਵੀ ਤੁਸੀਂ ਆਹ ਐਕਸਰਸਾਈਜ਼ ਕਰਨੀ ਆ, ਤੇ ਪੇਸ਼ੈਂਟ ਨਾਰਮਲ ਰਹਿੰਦਾ, ਕੋਈ ਐਸੀ ਸਮੱਸਿਆ ਨਹੀਂ। ਕਈ ਵਾਰੀ ਕੀ ਹੁੰਦਾ ਵੀ ਆਪਾਂ ਠੰਡੇ ਸਰੀਰ ਨੂੰ ਇੱਕਦਮ ਹੀ, ਜਦੋਂ ਵਾਰਮ ਅਪ ਨਹੀਂ ਹੋਇਆ ਹੁੰਦੀ ਬਾਡੀ, ਤਾਂ ਜਿਵੇਂ ਕੋਈ ਸੱਟ ਚੱਕਣਾ, ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਜੋ ਸੱਟ ਚੱਕਾਂਗੇ, ਜ਼ੋਰ ਲਾਵਾਂਗੇ, ਕੋਈ ਚੀਜ਼ ਤੇ weight ਚੱਕ ਲਿਆ ਇੱਕਦਮ ਤੁਸੀਂ, ਉਹ ਨਾ ਡਿਸਕ ਸਲਿਪ ਹੋਊ ਤੁਹਾਡੀ। ਤੇ ਜਦੋਂ ਵੀ ਤੁਸੀਂ ਕੁਝ ਕੰਮ ਕਰਨਾ, ਕੋਈ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਨਾ ਕਰੋ। ਉਹਨੂੰ ਜਿਹੜਾ ਇੱਕ ਜਣਾ ਜ਼ੋਰ ਲਾ ਰਿਹਾ, ਆਪਾਂ ਉਹਨੂੰ 2 ਜਣੇ ਕਰ ਲਓ। ਸਾਡੇ ਕੋਲੇ ਆਉਣ ਦੀ ਬਜਾਏ ਬਚ ਸਕਦੇ ਹੋ ਤੁਸੀਂ, 2 ਜਣੇ ਉਹਨੂੰ ਚੱਕ ਲਓ ਇੱਕ ਚੀਜ਼ ਨੂੰ। ਓਵਰਵੇਟ ਜਦੋਂ ਤੁਸੀਂ ਕੰਮ ਕੋਈ ਕਰੋਗੇ, weight ਵਾਲੀ ਚੀਜ਼ ਨੂੰ ਜ਼ਿਆਦਾ ਜ਼ੋਰ ਲਾ ਕੇ ਦਿਖਾਓਗੇ ਵੀ ਤਾਕਤ ਆ ਮੇਰੇ 'ਚ, ਤਾਂ ਉਹਦੇ 'ਚ ਇਹ ਨੈਚੁਰਲੀ ਆ ਵੀ ਪ੍ਰੋਬਲਮ ਆਉਣੀ ਆ। ਬਿਲਕੁਲ ਡਾਕਟਰ ਸਾਹਿਬ, ਜਿੱਦਾਂ ਕਿ ਮੈਨੂੰ ਪਤਾ ਲੱਗਿਆ ਤੁਸੀਂ ਸਮਾਜ ਸੇਵੀ ਬਹੁਤ ਹੈ ਨਾ, ਚੰਗੇ ਸਮਾਜ ਦੇ ਪ੍ਰਤੀ ਬਹੁਤ ਚੰਗੇ ਕੰਮ ਕਰ ਰਹੇ ਹੋਗੇ। ਸੋ ਕਿਵੇਂ ਫਿਰ ਉਹ ਚੀਜ਼ ਵੱਲ ਕਿਵੇਂ ਹੈ ਨਾ, ਕਿਵੇਂ ਔਖਾ ਜਿਹੜਾ ਵੀ ਟਾਈਮ ਕੱਢਣਾ ਹੈ ਨਾ, ਇਸ ਆਪਣਾ ਕਿੱਤੇ ਵੱਲ ਵੀ ਧਿਆਨ ਦੇਣਾ, ਸੋ ਉਹ ਕੰਮ ਵੀ ਵੇਖਣੇ? ਦੇਖੋ, ਇਹ ਸਾਰਾ ਕੁਝ ਹੀ ਕਿੱਤੇ ਦੇ ਨਾਲ ਹੀ ਜੁੜ ਜਾਂਦਾ। ਜਦੋਂ ਅਸੀਂ ਕੁਛ ਨਾ ਕੁਛ ਕਰਦੇ ਆ, ਉਹਦੇ ਵਿੱਚ ਜਦੋਂ ਸਮਾਜ ਦੇ ਵਿੱਚ ਕੋਈ ਕੁਰੀਤੀਆਂ ਆਉਂਦੀਆਂ ਤਾਂ ਸਾਡੇ ਮਨ 'ਚ ਹੁੰਦਾ ਵੀ ਯਾਰ ਇਹਦੇ 'ਚ ਅਸੀਂ ਕੋਈ ਯੋਗਦਾਨ ਪਾਈਏ। ਹਰ ਇੱਕ ਬੰਦਾ ਇਹ ਮਹਿਸੂਸ ਕਰਦਾ ਵੀ ਭਗਤ ਸਿੰਘ ਤਾਂ ਹੋਵੇ, ਪਰ ਦੂਸਰੇ ਦੇ ਘਰ ਹੋਵੇ, ਸਾਡੇ ਘਰ ਨਾ ਹੋਵੇ, ਕਿਉਂਕਿ ਸਾਨੂੰ ਫਿਰ ਜ਼ੁਲਮ ਸਹਿਣੇ ਪੈਣੇ ਆ। ਇਸ ਲਈ ਸਮਾਜ ਨੂੰ ਠੀਕ ਕਰਨ ਲਈ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਥੋੜਾ ਰੋਲ ਅਦਾ ਕਰਨਾ ਪਊਗਾ, ਫੇਰ ਹੀ ਇੱਥੇ ਦਾ ਸਿਸਟਮ ਸੁਧਰੂ। ਕੱਲੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ, ਇੱਥੇ ਦਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ। ਜਦੋਂ ਅਸੀਂ ਸਿਆਣੇ ਹੋ ਕੇ ਚਾਹੇ ਆਪੋ ਆਪਣੇ ਧਰਮ 'ਚ ਕੱਟੜ ਹੋ ਕੇ, ਪੱਕੇ ਹੋ ਕੇ, ਗੁਰਬਾਣੀ ਤੇ ਨਿਰਭਰ ਕਰ ਲਈਏ, ਕੋਈ ਮੁਹੰਮਦਨ ਆ ਉਹ ਕੁਰਾਨ ਤੇ ਨਿਰਭਰ ਕਰ ਲਏ, ਬਾਈਬਲ ਤੇ ਨਿਰਭਰ ਕਰ ਲਏ, ਜਦੋਂ ਅਸੀਂ ਉਹਨੂੰ ਪੂਰਾ ਡੀਪਲੀ ਸਮਝ ਲਾਂਗੇ ਵੀ ਇਹ ਕਹਿੰਦੇ ਕੀ ਨੇ, ਫਿਰ ਇਹ ਸਾਰਾ ਕੁਝ ਸਿਸਟਮ ਠੀਕ ਹੋਊਗਾ। ਇਹੀ ਸਮਾਜ ਸੇਵੀ ਆ, ਇਹੀ ਸਾਡਾ ਕਿੱਤਾ, ਇਹੀ ਸਿਸਟਮ ਆ। ਜਦੋਂ ਸਾਰਾ ਕੁਝ ਨਾਲ ਲੈ ਕੇ ਚੱਲੋਗੇ, ਤੁਹਾਡੇ ਮਨ ਨੂੰ ਜ਼ਰੂਰ ਸੰਤੁਸ਼ਟੀ ਮਿਲਣੀ ਆ। ਕਿਆ ਬਾਤ ਹੈ। ਸੋ
ਤੁਸੀਂ ਵੀਡੀਓ ਵੀ ਵੇਖੋਗੇ ਕਿ ਕਿਸ ਤਰ੍ਹਾਂ ਇਲਾਜ ਵੀ ਕੀਤਾ ਜਾਂਦਾ। ਸੋ ਡਾਕਟਰ ਸਾਹਿਬ ਦੀ ਗੱਲ ਕਰੀਏ ਤਾਂ ਇੱਕ ਸਮਾਜ ਸੇਵੀ ਨੇ, ਇੱਕ ਬਹੁਤ ਸਮਾਜ ਦੇ ਵਿੱਚ ਚੰਗੇ ਕੰਮਾਂ ਦੇ ਲਈ ਜਾਣੇ ਜਾਂਦੇ ਨੇ, ਸਮਾਜ ਦੇ ਵਿੱਚ ਲੋਕਾਂ ਦੇ ਨਾਲ ਵਿਚਰਦੇ ਨੇ। ਡਾਕਟਰ ਸਾਹਿਬ ਕੋਈ ਐਦਾਂ ਦਾ ਕੋਈ ਮਰੀਜ਼ ਹੈ ਜਿਹਦਾ ਤੁਹਾਨੂੰ ਗੱਲ ਸਾਂਝੀ ਕਰਨਾ ਚਾਹੋ ਵੀ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਆਇਆ ਹੋਵੇ ਜਾਂ ਕਿੱਦਾਂ ਠੀਕ ਹੋ ਗਿਆ ਕੋਈ? ਮੈਂ ਤੁਹਾਨੂੰ ਵੀਡੀਓ ਭੇਜੂਗਾ ਪਿਛਲੀ ਵਾਰੀ ਪੰਨੂ ਸਾਹਿਬ ਦੀ ਪੋਸਟ ਤੋਂ ਬਾਅਦ ਪੇਸ਼ੈਂਟ ਆਇਆ ਮੇਰੇ ਕੋਲੇ, ਮਾਨਸਾ ਜ਼ਿਲ੍ਹੇ ਦਾ ਸੀਗਾ, ਹਰਿਆਣੇ ਦੀ ਹੱਦ ਤੇ ਪੇਸ਼ੈਂਟ ਸੀ। ਉਹ ਲੇਡੀ ਸੀਗੇ, ਉਹ ਮੈਂ ਵੀਡੀਓ ਵੀ ਤੁਹਾਨੂੰ ਦਿਖਾਉਣਾ, ਉਹਨੂੰ ਚੱਕ ਕੇ ਲੈ ਕੇ ਆਏ ਸੀਗੇ। ਉਹਨੂੰ ਸਰਵਾਈਕਲ ਇੰਨੀ ਜ਼ਿਆਦਾ ਸੀ ਵੀ ਜਦੋਂ ਉਹਨੂੰ ਖੜਾ ਕਰਦੇ ਸੀ ਨਾਲ ਦੀ ਨਾਲ ਗਿਰ ਜਾਂਦੀ ਸੀ। ਮੈਂ ਆਪਣੀ ਲਾਈਫ ਦੇ ਵਿੱਚ ਮੇਰਾ 27 28 30 ਸਾਲ ਦਾ ਤਜਰਬਾ ਇਸ ਕੰਮ ਦਾ, 30 ਸਾਲਾਂ 'ਚ ਮੈਂ ਉਹ ਤੀਸਰਾ ਪੇਸ਼ੈਂਟ ਦੇਖਿਆ ਸੀਗਾ। ਅੱਛਾ। ਔਰ ਉਹ ਲੇਡੀਜ਼ ਨੂੰ 1 ਸਕਿੰਟ ਲਈ ਜਦੋਂ ਖੜਾ ਕਰਦੇ ਨਾਲ ਦੀ ਨਾਲ ਗਿਰ ਜਾਂਦੀ ਸੀ। ਉਹ ਅਸੀਂ ਜਦੋਂ ਆਏ ਸਾਡੇ ਕੋਲ, ਉਹਨੂੰ ਸਰਵਾਈਕਲ ਦੀ ਪ੍ਰੋਬਲਮ ਸੀ, ਉਹਨੂੰ ਸੈੱਟ ਕਰਿਆ, ਸੈੱਟ ਕਰਕੇ ਉਹਨੂੰ ਭੇਜਿਆ। ਹਫ਼ਤੇ ਬਾਅਦ ਮੈਂ ਬੁਲਾਇਆ, ਹਫ਼ਤੇ ਬਾਅਦ ਮੈਂ ਤੁਹਾਨੂੰ ਉਹ ਵੀਡੀਓ ਦਿਖਾਉਣਾ, ਉਹ ਤੁਸੀਂ ਵਿੱਚ ਐਡਿਟ ਵੀ ਕਰ ਲਿਓ। ਤੇ ਬਿਲਕੁਲ ਉਹ ਨਾਰਮਲ ਤੁਰ ਕੇ ਆਈ ਲੇਡੀਜ਼। ਇਸ ਵਾਰੀ ਉਹਨੂੰ ਹੁਣ 15 ਤੋਂ 18 ਦਿਨ ਹੋ ਗਏ ਤੇ 15 ਤੋਂ 18 ਦਿਨਾਂ ਵਿੱਚ ਉਹ ਬਿਲਕੁਲ ਨਾਰਮਲ ਆ ਤੇ ਉਹਦੀ ਸਾਰੀ ਦਵਾਈ ਵੀ ਬੰਦ ਕਰਤੀ ਤੇ ਪੇਸ਼ੈਂਟ ਬਿਲਕੁਲ ਨਾਰਮਲ ਉਹ ਆਪ ਤੁਰ ਕੇ ਆਏ ਨੇਗੇ। ਮੈਨੂੰ ਲੱਗਦਾ ਜਦੋਂ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਫਿਰ ਬੰਦੇ ਨੂੰ ਇੱਕ ਰੂਹ ਨੂੰ ਇੱਕ ਸਕੂਨ ਮਿਲਦਾ, ਪੈਸੇ ਲਈ ਨਹੀਂ, ਆਪਾਂ ਇੱਕ ਚੰਗਾ ਪੈਸੇ ਵਾਸਤੇ ਦੇਖੋ। ਉਹ ਕਹਿੰਦੇ ਵੀ ਅਸੀਂ 5000 ਰੁਪਇਆ ਉਹਨਾਂ ਨੇ MRI ਤੇ ਲਾਇਆ, ਡਾਕਟਰਾਂ ਨੇ ਕਹਿਤਾ ਵੀ ਇਹਦੀ ਸਰਜਰੀ ਆ, ਹੋਰ ਕੋਈ ਇਹਦਾ ਟ੍ਰੀਟਮੈਂਟ ਨਹੀਂ ਹੈਗਾ। 1.25 ਲੱਖ ਰੁਪਏ ਦਾ ਉਹਦਾ ਬਣਾਇਆ ਟ੍ਰੀਟਮੈਂਟ ਲਈ। ਸਾਡੇ ਕੋਲ ਉਹਨਾਂ ਦਾ 3000 ਤੋਂ 3500 ਰੁਪਇਆ ਖਰਚਾ ਆਇਆ ਉਹ 2 ਵਾਰੀ ਦਾ। ਤੇ ਉਹ ਬਿਲਕੁਲ ਨਾਰਮਲ ਪੇਸ਼ੈਂਟ ਆ। ਮੈਂ ਉਹਦੀ ਸਪੈਸ਼ਲ ਵੀਡੀਓ ਵੀ ਬਣਾਈ ਆ ਤੇ ਉਹਦੀ ਵੀਡੀਓ ਬਣਾ ਕੇ ਮੈਂ ਰੱਖੀ ਆ ਕੋਲੇ, ਤੁਹਾਨੂੰ ਦੇਵਾਂਗਾ ਵੀ। ਤੇ ਉਹ ਬਿਲਕੁਲ ਨਾਰਮਲ ਆ। ਹੋਰ ਵੀ ਕੋਈ ਵੀ ਸਰਵਾਈਕਲ ਦਾ, ਡਿਸਕ ਦਾ ਜਿਹੜਾ ਵੀ ਪੇਸ਼ੈਂਟ ਆ, ਧੂਰੀ ਆਪਣਾ ਬੱਸ ਸਟੈਂਡ ਦੇ ਨਾਲ ਜਨਤਾ ਹਸਪਤਾਲ ਆ, ਜਦੋਂ ਮਰਜ਼ੀ ਆਓ, ਤੁਸੀਂ ਨੰਬਰ ਮੇਰਾ ਮੈਂਸ਼ਨ ਕਰ ਦਿਓ, ਕਿਸੇ ਵੀ ਬੰਦੇ ਨੇ ਲੋੜ ਆ ਉਹ ਤਾਲਮੇਲ ਕਰ ਸਕਦਾ। ਬਿਲਕੁਲ ਜੀ, ਕੋਈ ਬਹੁਤਾ ਮਹਿੰਗਾ ਕੋਈ ਇਲਾਜ ਨਹੀਂ। ਜੇ ਆਪਾਂ ਬਹੁਤ ਵੱਡੇ ਹਸਪਤਾਲਾਂ ਤੋਂ ਆਪਾਂ ਅੱਕ ਚੁੱਕੇ ਹਾਂ, ਕਿਉਂਕਿ ਸਰਵਾਈਕਲ ਦੀ ਬਿਮਾਰੀ ਇੱਦਾਂ ਦੀ ਆ ਕਿ ਅਸੀਂ ਕਿੰਨੀਆਂ ਰਿਪੋਰਟਾਂ ਕਰਾਉਣੀਆਂ, ਮਹਿੰਗੀਆਂ ਰਿਪੋਰਟਾਂ ਕਰਾਉਣੀਆਂ, ਪਰ ਫਿਰ ਵੀ ਸਾਨੂੰ ਜਿਹੜਾ ਫਰਕ ਆ ਉਹ ਨਹੀਂ ਲੱਗ ਰਿਹਾ ਹੁੰਦਾਗਾ। ਸੋ ਇੱਕ ਵਾਰੀ ਧੂਰੀ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ, ਕਿਉਂਕਿ ਸਰਵਾਈਕਲ ਆ ਜਾਂ ਹੱਡਾਂ ਜੋੜਾਂ ਦਾ ਜਾਂ ਕੋਈ ਵੀ ਸਾਨੂੰ ਲੱਗਦਾ ਤਾਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ। ਸੋ ਕੋਈ ਮੈਸੇਜ ਜਿਹੜਾ ਸਾਡੇ ਸਰੋਤਿਆਂ ਤੁਸੀਂ ਦੇਣਾ ਚਾਹੁੰਦੇ ਹੋ ਜ਼ਰੂਰ? ਬਸ ਮੈਸੇਜ ਤਾਂ ਇਹੀ ਆ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਵਧੀਆ ਜਿਹੜਾ ਫੂਡ ਆ ਲਓ ਤੇ ਕੋਸ਼ਿਸ਼ ਕਰੋ ਵੀ ਆਪਾਂ ਜੰਕ ਫੂਡ ਨੇ ਜਿਹੜੇ ਉਹਨਾਂ ਤੋਂ ਬਚਿਆ ਜਾਵੇ, ਫਾਸਟ ਫੂਡ ਤੋਂ ਬਚਿਆ ਜਾਵੇ। ਬੱਚਿਆਂ ਨੂੰ ਖੇਡਣ ਵੱਲ ਧਿਆਨ ਦਿਵਾਈਏ ਥੋੜਾ ਜਿਹਾ, ਤਾਂ ਹੀ ਸਾਡੀਆਂ ਜਿਹੜੀਆਂ ਹੱਡੀਆਂ ਮਜ਼ਬੂਤ ਹੋਣਗੀਆਂ। ਅੱਜ ਕੱਲ੍ਹ ਕੰਮ ਕੀ ਹੋ ਗਿਆ ਸੀ, ਕਮਰਿਆਂ 'ਚ ਬੰਦ ਹੋ ਗਿਆ ਅਸਲ 'ਚ। ਅੱਗੇ ਬੱਚੇ ਜਿਹੜੀਆਂ ਸਾਡੀਆਂ ਸੱਭਿਆਚਾਰ ਖੇਡਾਂ ਸੀ ਉਹ ਖੇਡਦੇ ਸੀਗੇ, ਅੱਜ ਕਮਰਿਆਂ 'ਚ ਬੱਚੇ ਬੰਦ ਹੋ ਗਏ। ਇਸ ਲਈ ਇਹ ਸਮੱਸਿਆਵਾਂ ਵੀ ਆ ਗਈਆਂ, ਐਨਕਾਂ ਲੱਗ ਗਈਆਂ, ਡਿਸਕਾਂ ਹਿੱਲਣ ਲੱਗ ਗਈਆਂ, ਸਰਵਾਈਕਲ ਹੋਣ ਲੱਗ ਗਈਆਂ। ਅੱਜ ਤੋਂ 20-25 ਸਾਲ ਜਦੋਂ ਤੁਸੀਂ ਮਗਰ ਜਾਓਗੇ ਤਾਂ ਉਦੋਂ ਨਾਰਮਲ ਲੋਕਾਂ ਨੂੰ ਆਮ ਹੈ ਹੀ ਨਹੀਂ ਸੀ ਇਹ ਬਿਮਾਰੀਆਂ। ਪਰ ਆਹੀ ਸਮੇਂ ਦੇ ਵਿੱਚ ਇਹ ਕੁਝ ਹੋਇਆ। ਇਸੇ ਸਮੇਂ ਵਿੱਚ ਜਿੱਥੇ ਸਾਡੀ ਤਰੱਕੀ ਹੋਈ ਆ, ਨਾਲ ਸਾਨੂੰ ਉਹਦੀਆਂ ਤਕਲੀਫਾਂ ਵੀ ਹੋਈਆਂ ਨੇ। ਉਹਦੇ 'ਚ ਬਚਣ ਲਈ ਇਹੀ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਸਮਝਾਈਏ, ਐਕਟੀਵਿਟੀਆਂ ਜਿਹੜੀਆਂ ਉਹਨਾਂ ਦੀਆਂ ਨੇ ਉਹ ਵਧੀਆ ਹੋਣੀਆਂ ਚਾਹੀਦੀਆਂ ਨੇ, ਫੇਰ ਹੀ ਤੰਦਰੁਸਤ ਰਹਿਣਗੇ। ਕੀ ਬਾਤ ਹੈ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ। ਔਰ ਜਦੋਂ ਚੰਗੀਆਂ ਰੂਹਾਂ ਦੇ ਨਾਲ ਮਿਲਾਪ ਹੁੰਦਾ, ਸੱਚੀ ਦਿਲ ਨੂੰ ਬਹੁਤ ਸਕੂਨ ਮਿਲਦਾਗਾ। ਸੋ ਐਦਾਂ ਲੱਗਦਾ ਕਿ ਨਹੀਂ ਇੱਕ ਚੰਗਾ ਕਰ ਰਿਹਾ ਕੁਝ, ਕਿ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ, ਚੰਗਾ ਲੱਗਦਾ ਸਰ। ਥੈਂਕ ਯੂ, ਬਹੁਤ ਧੰਨਵਾਦ ਜੀ ਬਨੈਤ ਸਾਹਿਬ ਤੁਹਾਡਾ, ਬਾਈ ਜੀ ਟੀਵੀ ਵਾਲਾ ਦਾ ਧੰਨਵਾਦ ਸਰ। ਸੋ ਬਿਲਕੁਲ ਜੀ, ਗੱਲ ਕਰੀਏ ਧੂਰੀ ਦੇ ਵਿੱਚ ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਜਨਤਾ ਹਸਪਤਾਲ ਆ। ਜੇ ਤੁਸੀਂ ਹੱਡਾਂ ਜੋੜਾਂ ਦਾ ਕੋਈ ਵੀ ਤੁਹਾਨੂੰ ਇਲਾਜ ਲੱਗਦਾ, ਸਰਵਾਈਕਲ ਦਾ ਜਾਂ ਪਿੱਠ ਦਰਦ ਦਾ ਕੋਈ ਵੀ ਤੁਹਾਨੂੰ ਲੱਗਦੀ ਹੈ, ਕੋਈ ਤੁਹਾਨੂੰ ਪ੍ਰੋਬਲਮ ਹੈਗੀ ਹੈ, ਕੋਈ ਇਦਾਂ ਦੀ ਕੋਈ ਤੁਹਾਨੂੰ ਸਮੱਸਿਆ ਹੈਗੀ ਤਾਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਆ ਕੇ ਮਿਲੋ। ਕੋਈ ਬਹੁਤਾ ਇਲਾਜ ਮਹਿੰਗਾ ਵੀ ਹੈ ਨਹੀਂ, ਕੋਈ ਤੁਹਾਨੂੰ ਬਹੁਤੀਆਂ ਰਿਪੋਰਟਾਂ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ। ਇੱਕ ਵਾਰੀ ਇਹਨਾਂ ਨੂੰ ਆ ਕੇ ਮਿਲੋ ਜ਼ਰੂਰ, ਕਿਉਂਕਿ ਮਿਲਣੇ ਨਾਲ ਬਹੁਤ ਸਾਰੇ ਇਦਾਂ ਦੇ ਇਲਾਜ ਹੁੰਦੇ ਨੇ ਕਹਿੰਦੇ ਜਿਹੜੇ ਹੋ ਜਾਂਦੇ ਹੈਗੇ। ਸੋ ਇਹਨਾਂ ਨੂੰ ਇੱਕ ਵੱਡਾ ਤਜਰਬਾ 1995 ਤੋਂ ਲੈ ਕੇ ਹੁਣ ਤੱਕ ਦਾ ਵੱਡਾ ਤਜਰਬਾ ਇਹਨਾਂ ਦਾ। ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰੋ, ਆਪਣੀ ਸਮੱਸਿਆ ਜਿਹੜੀ ਜ਼ਰੂਰ ਇਹਨਾਂ ਨਾਲ ਸਾਂਝੀ ਕਰੋ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਬਾਈ ਜੀ ਟੀਵੀ। ਨਾਮ ਹੈ ਤੁਹਾਡਾ? ਮਨਜੀਤ ਹੈ। ਕਿੱਥੋਂ ਆਏ ਹੋ? ਅਸੀਂ ਫਾਫੜਾ ਤੋਂ ਆਏ ਹਾਂ। ਕਿੱਥੇ ਫਾਫੜੇ ਕਿੱਥੇ ਹੈ? ਮਾਨਸਾ ਜ਼ਿਲ੍ਹੇ 'ਚ? ਹਾਂਜੀ। ਅੱਛਾ, ਕੀ ਤਕਲੀਫ ਸੀ ਤੁਹਾਨੂੰ? ਮੈਨੂੰ ਜੀ ਚੱਕਰ ਆ ਜਾਂਦੇ ਸੀ, ਮੈਂ ਗਿਰ ਜਾਂਦੀ ਸੀ, ਬਹੁਤ ਬੁਰਾ ਹਾਲ ਸੀ। ਹੁਣ ਮੈਂ ਇੱਥੋਂ ਧੂਰੀ ਤੋਂ ਦਵਾਈ ਲਈ ਹੈ, ਇਹਦੇ ਨਾਲ ਮੈਨੂੰ ਬਹੁਤ ਫਰਕ ਹੈ। ਅੱਜ ਕਿੰਨੀ ਵਾਰ ਆਏ ਤੁਸੀਂ? ਅਸੀਂ ਤੀਜੀ ਵਾਰ ਆਏ ਜੀ, ਜਮਾ ਤੁਰ ਕੇ ਆਈ ਹਾਂ, ਜਮਾ ਸਹੀ ਤੁਰ ਕੇ ਆਏ ਹੋ? ਹਾਂਜੀ। ਪਹਿਲੀ ਵਾਰ ਤੁਹਾਨੂੰ ਫੜ ਕੇ ਲੈ ਕੇ ਆਉਂਦੇ ਗਿਰ ਜਾਂਦੇ ਸੀ, ਹੁਣ ਆਪਣੇ ਆਪ ਤੁਰ ਕੇ ਆਏ ਬਿਲਕੁਲ ਨਾਰਮਲ? ਹਾਂਜੀ। ਠੀਕ। ਹਾਂਜੀ ਬ੍ਰਦਰ, ਤੁਹਾਡੀ ਕੀ ਪ੍ਰੋਬਲਮ ਸੀਗੀ? ਮੈਨੂੰ ਡਿਸਕ ਪ੍ਰੋਬਲਮ ਸੀ। ਠੀਕ ਹੈ। ਹਾਂਜੀ, ਮੈਂ ਤਾਂ ਬਈ ਬਿਲਕੁਲ ਹੀ ਕੁੱਬਾ ਹੋ ਗਿਆ ਸੀ ਬਈ। ਠੀਕ ਹੈ ਜੀ। ਹਾਂਜੀ। ਤੇ ਹੁਣ ਤੁਸੀਂ ਕਿੰਨੇ ਟਾਈਮ ਤੋਂ ਆ ਰਹੇ ਹੋ ਉਰੇ ਡੇਲੀ? ਬਈ ਮੈਂ ਤੀਜੀ ਵਾਰ ਆਇਆ ਉਰੇ। ਠੀਕ ਹੈ। ਡਾਕਟਰ ਸਾਹਿਬ ਨੇ ਜਿਵੇਂ ਬਿਲਕੁਲ ਸਿੱਧਾ ਕਰਤਾ ਬਈ ਜੀ ਮੈਨੂੰ। ਠੀਕ ਹੈ। ਜਿਵੇਂ ਬਜ਼ੁਰਗ ਬੰਦੇ ਤੁਰਦੇ ਨੇ ਕੁੱਬੇ, ਅਬ ਮੈਂ ਬਿਲਕੁਲ ਸਿੱਧਾ ਹੋ ਗਿਆ ਬਈ ਹੁਣ। ਠੀਕ ਹੈ ਜੀ। ਹਾਂਜੀ। ਤੇ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਪ੍ਰੋਬਲਮ ਹੈ ਡਿਸਕ ਦੀ? ਵੀਰੇ ਪ੍ਰੋਬਲਮ ਹੈਗੀ ਦੀ ਵੀਰੇ ਪਿੱਛੇ ਜਿਹੀ ਹੋਈ ਸੀ ਬਸ ਵੀਰੇ, ਜਦੀ ਮਤਲਬ 3-4 ਮਹੀਨੇ ਹੋ ਗਏ ਜੀ ਬਈ ਪ੍ਰੋਬਲਮ ਨੂੰ। ਠੀਕ ਹੈ ਜੀ। ਮੈਂ ਮਤਲਬ MRI ਕਰਾਈਆਂ, ਬਹੁਤ ਥਾਵੇਂ ਗਿਆ ਵੀਰੇ,
ਬਹੁਤ ਥਾਂ ਫਿਰਿਆ, ਮੈਨੂੰ ਕਿਸੇ ਨੇ ਦੱਸ ਪਾਈ ਕਹਿੰਦਾ ਡਾਕਟਰ ਸਾਹਿਬ ਡਾਕਟਰ ਅਨਵਰ ਕੋਲੇ ਜਾਓ ਜੀ, ਠੀਕ ਹੈ। ਤੁਹਾਡਾ ਉਹ ਇਲਾਜ ਤਰੀਕੇ ਨਾਲ ਕਰਨਗੇ। ਡਾਕਟਰ ਸਾਹਿਬ ਕੋਲੇ ਹੁਣ ਆਇਆ, ਤੁਸੀਂ ਬਿਲਕੁਲ ਸਹੀ ਹੋ ਇਸ ਟਾਈਮ, ਕੋਈ ਬਿਲਕੁਲ ਝੁਕਣ ਦੇ ਕੋਈ ਵਿੱਚ ਪ੍ਰੋਬਲਮ, ਮੈਨੂੰ ਕੋਈ ਝੁਕਣ ਦੀ ਪ੍ਰੋਬਲਮ ਨਹੀਂ ਵੀਰੇ, ਠੀਕ ਹੈ ਜੀ। ਬਿਲਕੁਲ ਓਕੇ ਹੈ ਜੀ, ਕੰਮ ਮੇਰਾ ਸਾਰਾ ਕੁਝ ਓਕੇ ਹੈ ਜੀ। ਠੀਕ ਹੈ ਜੀ, ਹਾਂਜੀ ਵੀਰੇ। ਓਕੇ ਜੀ, ਥੈਂਕ ਯੂ। ਕੀ ਨਾਮ ਹੈ ਜੀ ਤੁਹਾਡਾ? ਰਜਿੰਦਰ ਸਿੰਘ ਜੀ। ਕੀ ਪ੍ਰੋਬਲਮ ਸੀ ਤੁਹਾਨੂੰ? ਮੇਰੇ ਟੂਹੀ ਦੇ ਵਿੱਚ ਦਰਦ ਪ੍ਰੋਬਲਮ ਸੀ ਜੀ 5-6 ਸਾਲ ਦੀ। ਜੀ ਮੈਂ ਕੋਈ ਹਸਪਤਾਲ ਨਹੀਂ ਛੱਡਿਆ ਜੀ, ਅੰਮ੍ਰਿਤਸਰ, ਚੰਡੀਗੜ੍ਹ, ਸਾਰੇ ਪੰਜਾਬ ਹਰਿਆਣੇ ਦੇ ਹਸਪਤਾਲਾਂ 'ਚ ਮੈਂ ਇਲਾਜ ਕਰਾਉਂਦਾ ਰਿਹਾ, ਕਿਤੋਂ ਮੈਂ ਠੀਕ ਨਹੀਂ ਹੋਇਆ ਜੀ। ਡਾਕਟਰ ਬਡਿਆਲ ਬਠਿੰਡੇ ਨੇ ਮੈਨੂੰ ਦੱਸਿਆ ਵੀ L4 ਤੇ L5 ਦੇ ਵਿੱਚ ਨੁਕਸ ਹੈ ਜੀ, ਤੁਹਾਡਾ ਆਪਰੇਸ਼ਨ ਹੋਊਗਾ। ਮੈਨੂੰ ਪਤਾ ਲੱਗਿਆ ਜੀ ਮੇਰਾ ਬੇਟਾ ਨਿਊਜ਼ੀਲੈਂਡ ਦੇ ਵਿੱਚ ਹੈ, ਉਹਨਾਂ ਨੂੰ ਮੇਰੇ ਬੇਟੇ ਨੇ ਬਲਤੇਜ ਸਿੰਘ ਪੰਨੂ ਦੀ ਵੀਡੀਓ ਪੜ੍ਹੀ ਜੀ, ਉਹ ਮੇਰੇ ਬੇਟੇ ਨੇ ਮੈਨੂੰ ਭੇਜੀ ਜੀ। ਮੈਂ ਇੱਥੇ ਡਾਕਟਰ ਸਾਹਿਬ ਕੋਲ ਜਨਤਾ ਹਸਪੀਟਲ ਧੂਰੀ ਆਇਆ ਜੀ, ਬੱਸ ਸਟੈਂਡ ਦੇ ਨਜ਼ਦੀਕ ਹੈ। ਮੈਂ 5 ਦਿਨ ਡਾਕਟਰ ਸਾਹਿਬ ਤੋਂ ਸਾਰਾ ਚੈੱਕਅਪ ਕਰਵਾ ਕੇ 5 ਦਿਨਾਂ ਦੀ ਦਵਾਈ ਲੈ ਕੇ ਗਿਆ ਜੀ। ਮੈਨੂੰ 80% ਠੀਕ ਆ ਜੀ ਮੈਂ 5 ਦਿਨਾਂ ਦੇ ਵਿੱਚ। ਪਹਿਲਾਂ ਮੇਰੇ ਲਗਾਤਾਰ ਦਰਦ ਰਹਿੰਦਾ ਜੀ ਦਿਨ ਰਾਤ ਢੂਹੀ ਦੇ ਵਿੱਚ, ਹੁਣ ਮੈਨੂੰ ਬਹੁਤ ਜ਼ਿਆਦਾ ਆਰਾਮ ਹੈ ਜੀ। ਅੱਜ ਮੈਂ 5 ਦਿਨਾਂ ਬਾਅਦ ਡਾਕਟਰ ਸਾਹਿਬ ਕੋਲ ਫੇਰ ਆਇਆ ਜੀ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੇਰੇ ਚੂੜੀ ਆ ਜੀ, ਇਹ ਹਰਿਆਣਾ ਦੇ ਨੇੜੇ ਡਿਸਟ੍ਰਿਕਟ ਮਾਨਸਾ ਜੀ। ਠੀਕ ਹੈ, ਥੈਂਕ ਯੂ।